ਹੈਲੋ ਦੋਸਤੋ, ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਦੋਸਤੋ, ਤੁਹਾਡੇ ਲਈ ਲੈ ਕੇ ਆਏ ਆ ਜੀਕੇ ਨਾਲ ਸੰਬੰਧਿਤ ਵਨ ਲਾਈਨਰ ਪ੍ਰਸ਼ਨ, ਜੋ ਕਿ 1500 ਪ੍ਰਸ਼ਨ ਦੀ ਲੜੀ ਆਪਣੇ ਚੈਨਲ ਤੇ ਸ਼ੁਰੂ ਕੀਤੀ ਹੋਈ ਆ। ਉਹਦਾ 16ਵਾਂ ਸੈੱਟ। ਇਸੇ ਤਰੀਕੇ ਨਾਲ ਜੀਕੇ ਨਾਲ ਸੰਬੰਧਿਤ ਆਪਣਾ ਇੱਕ ਸੈੱਟ ਹੋਰ ਚੱਲ ਰਿਹਾ ਹੈ, ਜੋ ਕਿ 6ਵੀਂ ਤੋਂ ਲੈ ਕੇ 12ਵੀਂ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਅਕੋਰਡਿੰਗ ਹੁੰਦਾ ਹੈ। ਸੋ ਵਨ ਲਾਈਨਰ ਪ੍ਰਸ਼ਨ ਦਾ ਜਿਹੜਾ ਅੱਜ ਸੈੱਟ ਹੈ, ਇਹ 16ਵਾਂ ਸੈੱਟ ਹੈ। ਸੋ ਦੋਸਤੋ, ਜੁੜੇ ਰਹੋ ਚੈਨਲ ਨਾਲ, ਲਾਈਕ ਸ਼ੇਅਰ ਕਰਿਓ। ਪੰਜਾਬ ਦੇ ਵਿੱਚ ਨਿਕਲੀਆਂ ਜਿੰਨੀਆਂ ਵੀ ਪੋਸਟਾਂ ਨਿਕਲੀਆਂ ਨੇ, ਸਾਰਿਆਂ ਦੇ ਵਿੱਚ ਜੀਕੇ ਪੋਰਸ਼ਨ ਦੀ ਤਿਆਰੀ ਲਈ ਬਹੁਤ ਲਾਹੇਵੰਦ ਵੀਡੀਓ ਹੈ। ਸੋ ਲਾਈਕ ਸ਼ੇਅਰ ਕਰਿਓ। ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ, ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਕੀਤੀ ਗਈ? ਸੋ ਦੋਸਤੋ, ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜੀ ਸਥਾਪਨਾ ਸੀ ਉਹ ਕਦੋਂ ਕੀਤੀ ਗਈ? 1885 ਦੇ ਵਿੱਚ ਕੀਤੀ ਗਈ। ਇਹ ਇੱਕ ਅੰਗਰੇਜ਼ ਅਧਿਕਾਰੀ ਨੇ ਇਹਦੀ ਸਥਾਪਨਾ ਕੀਤੀ ਸੀ। ਉਹਦਾ ਨਾਂ ਸੀਗਾ ਏ.ਓ. ਹਿਊਮ। ਯਾਦ ਰੱਖਣਾ, ਏ.ਓ. ਹਿਊਮ ਇੱਕ ਅੰਗਰੇਜ਼ ਅਧਿਕਾਰੀ ਸੀ। ਉਹਨੇ ਇਹਦੀ ਸਥਾਪਨਾ ਕੀਤੀ ਸੀ 1885 ਦੇ ਵਿੱਚ, ਇੰਡੀਅਨ ਨੈਸ਼ਨਲ ਕਾਂਗਰਸ ਦੀ। 2 ਨੰਬਰ ਪ੍ਰਸ਼ਨ ਦੋਸਤੋ, ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਪ੍ਰਧਾਨ ਕੌਣ ਸੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਸੋ ਇਹਦਾ ਪਹਿਲਾ ਪ੍ਰਧਾਨ ਸੀ ਜਿਹੜਾ ਬੋਮੇਸ਼ ਚੰਦਰ ਬੈਨਰਜੀ ਸੀਗਾ। ਇਹਨੂੰ ਬੋਮੇਸ਼ ਪੜ੍ਹਨਾ ਹੈ, WC ਬੈਨਰਜੀ, ਬੋਮੇਸ਼ ਚੰਦਰ ਬੈਨਰਜੀ। ਸੋ ਦੋਸਤੋ, ਇਹਦਾ ਪਹਿਲਾ ਇਜਲਾਸ ਸੀ ਜਿਹੜਾ ਇੰਡੀਅਨ ਨੈਸ਼ਨਲ ਕਾਂਗਰਸ ਦਾ, ਉਹ 28 ਦਸੰਬਰ ਦੀ ਤਰੀਕ 'ਚ ਹੋਇਆ ਸੀ। 28 ਦਸੰਬਰ 1885। ਇਹਦਾ ਸਥਾਨ ਜੇਕਰ ਪੁੱਛ ਲਿਆ ਜਾਵੇ, ਇਹ ਬੰਬਈ ਦੇ ਵਿੱਚ ਸੀ। ਕੋਈ ਕਾਲਜ ਸੀਗਾ, ਗੋਕੁਲ ਤੇਜਪਾਲ ਸੰਸਕ੍ਰਿਤ ਕਾਲਜ, ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਕਾਲਜ ਸੀ। ਉਹਦੇ ਵਿੱਚ 28 ਦਸੰਬਰ 1885 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਅਧਿਵੇਸ਼ਨ ਹੋਇਆ, ਪਹਿਲਾ ਇਜਲਾਸ ਹੋਇਆ। ਉਹਦੀ ਪ੍ਰਧਾਨਗੀ ਕੀਤੀ ਬੋਮੇਸ਼ ਚੰਦਰ ਬੈਨਰਜੀ ਨੇ। ਸੋ ਇਹਦੀ ਸਥਾਪਨਾ 1885 ਦੇ ਵਿੱਚ ਹੋਈ ਸੀ। ਏ.ਓ. ਹਿਊਮ ਨੇ ਕੀਤੀ ਸੀ। 3 ਨੰਬਰ ਪ੍ਰਸ਼ਨ ਦੇਖਦੇ ਹਾਂ, ਬੰਗਾਲ ਦੀ ਵੰਡ ਕਿਸ ਨੇ ਕੀਤੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਬੰਗਾਲ ਵੰਡ ਦੇ ਨਾਲ ਸੰਬੰਧਿਤ ਪ੍ਰਸ਼ਨ ਆ ਜਾਂਦੇ ਆ, ਐਗਜ਼ਾਮੀਨਰ ਪੁੱਛ ਲੈਂਦਾ ਇਹਨਾਂ ਦੇ ਸੰਬੰਧ 'ਚ। ਸੋ ਲਾਰਡ ਕਰਜ਼ਨ ਨੇ ਕੀਤੀ ਸੀ 1905 ਦੇ ਵਿੱਚ। ਡੇਟ ਯਾਦ ਰੱਖਣਾ, ਅਕਤੂਬਰ 1905 ਪੂਰੀ ਡੇਟ ਹੈ, ਅਕਤੂਬਰ ਦਾ ਮਹੀਨਾ ਸੀ। ਅਕਤੂਬਰ 1905 ਦੇ ਵਿੱਚ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕੀਤੀ ਸੀ। 4 ਨੰਬਰ ਪ੍ਰਸ਼ਨ ਦੋਸਤੋ, ਬੰਗਾਲ ਵੰਡ ਦਾ ਅਸਲ ਕਾਰਨ ਕੀ ਸੀ? ਕਿਉਂ ਕੀਤੀ ਸੀ ਉਹ ਵੰਡ? ਕੀ ਲੋੜ ਪੈ ਗਈ ਸੀ ਲਾਰਡ ਕਰਜ਼ਨ ਨੂੰ, ਬ੍ਰਿਟਿਸ਼ ਸਰਕਾਰ ਨੂੰ, ਵੀ ਬੰਗਾਲ ਦੀ ਵੰਡ ਕੀਤੀ ਜਾਵੇ? ਬੰਗਾਲ ਨੂੰ 2 ਭਾਗਾਂ 'ਚ ਵੰਡ ਦਿੱਤਾ ਗਿਆ ਸੀ, ਹਿੰਦੂ ਮੁਸਲਿਮ ਏਕਤਾ ਨੂੰ ਤੋੜਨ ਦੇ ਲਈ। ਹਿੰਦੂਆਂ ਅਤੇ ਮੁਸਲਮਾਨਾਂ ਦੀ ਜਿਹੜੀ ਏਕਤਾ ਸੀ ਉਹਨੂੰ ਤੋੜਨ ਲਈ, ਜਿਵੇਂ ਕਿ ਫੁੱਟ ਪਾਓ, ਹੈ ਨਾ, ਫੁੱਟ ਪਾਓ ਰਾਜ ਕਰੋ, ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਸੀ, ਉਹਦੇ ਤਹਿਤ ਹੀ ਕਹਿ ਸਕਦੇ ਹਾਂ ਇਹ ਵੰਡ ਕੀਤੀ ਸੀ। ਸੋ ਦੋਸਤੋ, ਇੱਕ ਗੱਲ ਹੋਰ ਨੋਟ ਕਰਾ ਦਈਏ, ਜਿਹੜੀ ਬੰਗਾਲ ਵੰਡ ਹੋ ਗਈ ਸੀ ਨਾ, ਉਹਦਾ ਇੰਡੀਅਨ ਨੈਸ਼ਨਲ ਕਾਂਗਰਸ ਨੇ ਵਿਰੋਧ ਕੀਤਾ ਸੀ। ਜਿਹੜੀ ਕਾਂਗਰਸ ਪਾਰਟੀ ਸੀ 1885 'ਚ ਬਣੀ ਸੀ, ਉਹਨੇ ਇਹਦਾ ਵਿਰੋਧ ਕੀਤਾ ਸੀ ਅਤੇ ਸਵਦੇਸ਼ੀ ਬਾਈਕਾਟ ਦਾ ਅੰਦੋਲਨ ਚਲਾਇਆ ਸੀ, ਜਿਹਦੀ ਅਗਵਾਈ ਕੀਤੀ ਸੁਰਿੰਦਰ ਨਾਥ ਬੈਨਰਜੀ ਨੇ। ਸੋ 5 ਨੰਬਰ ਪ੍ਰਸ਼ਨ ਦੇਖਦੇ ਹਾਂ, ਸਵਦੇਸ਼ੀ ਅੰਦੋਲਨ ਕਦੋਂ ਚਲਾਇਆ ਗਿਆ? ਸੋ ਆਪਾਂ ਕਰ ਚੁੱਕੇ ਹਾਂ, 1905 ਦੇ ਵਿੱਚ ਸੁਰਿੰਦਰ ਨਾਥ ਬੈਨਰਜੀ ਨੇ ਇਹਦੀ ਅਗਵਾਈ ਕੀਤੀ। ਸੁਰਿੰਦਰ ਨਾਥ ਬੈਨਰਜੀ। 6 ਨੰਬਰ ਪ੍ਰਸ਼ਨ ਦੋਸਤੋ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਮੁਸਲਿਮ ਲੀਗ ਦਾ ਗਠਨ ਕਦੋਂ ਕੀਤਾ ਗਿਆ? ਪਹਿਲਾਂ ਵੀ ਆਪਾਂ ਕਈ ਵਾਰ ਪ੍ਰਸ਼ਨ ਕਰਵਾ ਚੁੱਕੇ ਹਾਂ, ਵੈਰੀ ਇੰਪੋਰਟੈਂਟ ਹੈ। ਇਹਦੇ ਬਾਰੇ 'ਚ ਪੁੱਛ ਲਿਆ ਜਾਂਦਾ, ਬਹੁਤ ਸਾਰੇ ਪੇਪਰਾਂ 'ਚ ਇਹ ਪ੍ਰਸ਼ਨ ਆਇਆ। 1906 ਦੇ ਵਿੱਚ ਹੋਈ ਸੀ ਜੀ ਮੁਸਲਿਮ ਲੀਗ ਦੀ ਜਿਹੜੀ ਮੁਸਲਿਮ ਲੀਗ ਦਾ ਜਿਹੜਾ ਸੰਗਠਨ ਹੈ, ਇਹ ਨੇਪਾਲ ਦੀ ਰਾਜਧਾਨੀ ਢਾਕਾ ਦੇ ਵਿੱਚ ਇਹਦਾ ਜਿਹੜਾ ਹੋਇਆ ਸੀ, ਸਥਾਪਨਾ ਹੋਈ ਸੀ। ਸਥਾਪਨਾ ਕਰਨ ਵਾਲੇ ਕੌਣ ਬੰਦੇ ਸੀਗੇ? 2 ਬੰਦੇ ਮੁੱਖ ਮੰਨੇ ਜਾਂਦੇ ਆ ਜੀ, ਆਗਾ ਖਾਂ ਅਤੇ ਸਲੀਮ ਉੱਲਾ ਖਾਂ। ਇਹ 2 ਬੰਦੇ ਮੰਨੇ ਜਾਂਦੇ ਆ। ਸਲੀਮ ਉੱਲਾ ਖਾਂ ਇਹਦਾ ਪ੍ਰਧਾਨ ਬਣਿਆ ਸੀਗਾ ਜੀ। ਇਹ ਦੋਨਾਂ ਨੇ 1906 ਦੇ ਵਿੱਚ ਢਾਕਾ ਵਿਖੇ, ਨੇਪਾਲ ਦੀ ਰਾਜਧਾਨੀ ਢਾਕਾ ਵਿਖੇ ਮੁਸਲਿਮ ਲੀਗ ਦਾ ਜਿਹੜਾ ਗਠਨ ਕੀਤਾ ਸੀਗਾ। 7 ਨੰਬਰ ਪ੍ਰਸ਼ਨ ਦੋਸਤੋ, ਸੂਰਤ ਵਿੱਚ ਕਿਸ ਦੀ ਵੰਡ ਹੋਈ? ਸੋ ਕਾਂਗਰਸ ਦੀ ਵੰਡ ਹੋ ਗਈ ਸੀ ਸੂਰਤ ਦੇ ਅਧਿਵੇਸ਼ਨ ਦੇ ਵਿੱਚ। ਸੂਰਤ ਦਾ ਇਜਲਾਸ ਚੱਲ ਰਿਹਾ ਸੀ 1907 ਦੇ ਵਿੱਚ। 1907 ਦੇ ਵਿੱਚ ਸੂਰਤ ਦਾ ਇੱਕ ਇਜਲਾਸ ਹੋਇਆ, ਉੱਥੇ ਕਾਂਗਰਸ ਦੀ ਵੰਡ ਹੋ ਗਈ, 2 ਭਾਗਾਂ 'ਚ ਵੰਡੀ ਗਈ ਕਾਂਗਰਸ। ਇੱਕ ਨਰਮ ਦਲ ਬਣਿਆ, ਇੱਕ ਬਣਿਆ ਸੀ ਜੀ ਗਰਮ ਦਲ। ਅਗਲਾ ਪ੍ਰਸ਼ਨ ਦੇਖਦੇ ਹਾਂ, 8 ਨੰਬਰ ਪ੍ਰਸ਼ਨ ਦੋਸਤੋ, ਲਖਨਊ ਸਮਝੌਤਾ ਕਦੋਂ ਹੋਇਆ? ਸੋ ਦੋਸਤੋ, ਇਹ 1916 ਦੇ ਵਿੱਚ ਹੋਇਆ ਸੀ ਲਖਨਊ ਸਮਝੌਤਾ।
9 ਨੰਬਰ ਪ੍ਰਸ਼ਨ ਦੋਸਤੋ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਰੋਲਟ ਐਕਟ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਰੋਲਟ ਐਕਟ ਬੜਾ ਮਸ਼ਹੂਰ ਇਹ ਸ਼ਬਦ ਹੈਗਾ, ਇਹਦੇ ਬਾਰੇ 'ਚ ਪ੍ਰਸ਼ਨ ਬਹੁਤ ਵਾਰ ਪੁੱਛਿਆ ਗਿਆ। ਇਹਨੂੰ ਹੋਰ ਜਿਹੜਾ ਨਾਮ ਹੈ ਇਹਦਾ ਉਹ ਕਾਲਾ ਕਾਨੂੰਨ ਦੇ ਤੌਰ 'ਤੇ ਮੰਨਿਆ ਜਾਂਦਾ ਜੀ। ਇਹ ਕਾਨੂੰਨ 1919 ਦੇ ਵਿੱਚ ਪਾਸ ਕੀਤਾ ਸੀ। ਇਸੇ ਦੇ ਤਹਿਤ ਹੀ ਜਲਿਆਂਵਾਲੇ ਬਾਗ ਦੇ ਵਿੱਚ ਲੋਕ ਇਕੱਠੇ ਹੋਏ ਸੀਗੇ। ਕਿਉਂ ਹੋਏ ਸੀ? ਕਿਉਂਕਿ ਇਹ ਕਾਨੂੰਨ ਇਹ ਕਹਿੰਦਾ ਸੀ ਵੀ ਕਿਸੇ ਵੀ ਬੰਦੇ ਨੂੰ ਕੋਈ ਗੱਲ ਦੱਸੇ ਬਿਨਾਂ ਅਪੀਲ ਦਲੀਲ ਦੇ ਉਹਦਾ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ। ਸੋ ਇਹਦਾ ਵਿਰੋਧ ਹੋਇਆ ਭਾਰਤ ਦੇ ਵਿੱਚ। ਇਹਦੇ ਵਿਰੋਧ ਕਰਨ ਦੇ ਸੀ ਜਿਹੜੇ ਬੰਦੇ ਪੰਜਾਬ ਦੇ ਵਿੱਚ, ਡਾਕਟਰ ਸੈਫੂਦੀਨ ਕਿਚਲੂ ਅਤੇ ਡਾਕਟਰ ਸੱਤਿਆਪਾਲ। ਇਹ ਦੋ ਬੰਦਿਆਂ ਨੂੰ ਬਿਨਾਂ ਕੋਈ ਕਾਰਨ ਦੱਸੇ ਇਹਨਾਂ ਦੀ ਗ੍ਰਿਫਤਾਰੀ ਕਰ ਲਈ। ਤਾਂ ਉਹ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਲੋਕ ਇਕੱਠੇ ਹੋਏ, ਜਿੱਥੇ ਗੋਲੀ ਚਲਾ ਦਿੱਤੀ ਗਈ ਸੀ। ਸੋ ਰੋਲਟ ਐਕਟ ਨੂੰ ਕਾਲਾ ਕਾਨੂੰਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 10 ਨੰਬਰ ਪ੍ਰਸ਼ਨ ਦੋਸਤੋ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਲੋਕਾਂ 'ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ? ਜਨਰਲ ਡਾਇਰ ਨੇ ਦਿੱਤਾ ਸੀ ਜੀ। ਕਈ ਵਾਰ ਇੱਦਾਂ ਹੀ ਪੁੱਛ ਲਿਆ ਜਾਂਦਾ ਵੀ ਹੁਕਮ ਕਿਹਨੇ ਦਿੱਤਾ ਸੀ ਗੋਲੀ ਚਲਾਉਣ ਦਾ? ਜਨਰਲ ਡਾਇਰ ਨੇ ਦਿੱਤਾ ਸੀ। 11 ਨੰਬਰ ਪ੍ਰਸ਼ਨ ਦੋਸਤੋ ਸੰਵਿਧਾਨ ਦੀ ਧਾਰਾ ਅਨੁਸਾਰ ਸੰਵਿਧਾਨ ਵਿੱਚ ਸੋਧ ਕੀਤੀ ਜਾਂਦੀ ਹੈ। ਸੋ ਦੋਸਤੋ ਕਿਹੜਾ ਆਰਟੀਕਲ ਹੈ ਇਹ ਜਿਹਾ ਜਿਹੜੇ ਆਰਟੀਕਲ ਦੇ ਤਹਿਤ ਸੰਵਿਧਾਨ ਦੇ ਵਿੱਚ ਸੋਧ ਹੋ ਜਾਂਦੀ ਹੈ? ਆਰਟੀਕਲ 368 ਹੈ ਜੀ। 368 ਦੇ ਅਕੋਰਡਿੰਗ ਹੀ ਸੰਵਿਧਾਨ ਦੇ ਵਿੱਚ ਜਿੰਨੀਆਂ ਵੀ ਸੋਧਾਂ ਹੁੰਦੀਆਂ ਨੇ ਉਹ ਸੋਧਾਂ ਕੀਤੀਆਂ ਜਾਂਦੀਆਂ ਨੇਗੀਆਂ। ਅਗਲਾ ਪ੍ਰਸ਼ਨ ਦੋਸਤੋ 12 ਨੰਬਰ ਪ੍ਰਸ਼ਨ ਰਾਜ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਸੋ ਰਾਜ ਸਭਾ ਦੀ ਸਥਾਪਨਾ ਹੋਈ ਸੀ ਜੀ 3 ਅਪ੍ਰੈਲ 1952 ਤੋਂ 1957 ਤੱਕ ਇਹਦਾ ਸੈਸ਼ਨ ਚੱਲਿਆ 5 ਸਾਲ। ਸੋ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਜੀ ਉਹ ਉਪ ਰਾਸ਼ਟਰਪਤੀ ਹੁੰਦਾ ਹੈ। ਭਾਰਤ ਦੇ ਵਿੱਚ ਜਿਹੜਾ ਵੀ ਉਪ ਰਾਸ਼ਟਰਪਤੀ ਹੁੰਦਾ ਉਹ ਰਾਜ ਸਭਾ ਦਾ ਚੇਅਰਮੈਨ ਹੁੰਦਾ, ਰਾਸ਼ਟਰਪਤੀ ਉਪ ਰਾਸ਼ਟਰਪਤੀ। 13 ਨੰਬਰ ਪ੍ਰਸ਼ਨ ਦੋਸਤੋ ਪੰਚਾਇਤੀ ਰਾਜ ਸਭ ਤੋਂ ਪਹਿਲਾਂ ਕਿਸ ਰਾਜ ਨੇ ਲਾਗੂ ਕੀਤਾ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਪਹਿਲਾਂ ਤਾਂ ਆਪਾਂ ਨੋਟ ਕਰਾਤੀਏ ਬਲਵੰਤ ਰਾਏ ਮਹਿਤਾ ਕਮੇਟੀ ਨੇ ਸਿਫਾਰਿਸ਼ ਕੀਤੀ ਸੀਗੀ ਪੰਚਾਇਤੀ ਰਾਜ ਦੀ। ਯਾਦ ਰੱਖਣਾ ਬਲਵੰਤ ਰਾਏ ਮਹਿਤਾ ਕਮੇਟੀ ਸੀਗੀ ਕੋਈ ਜਿਹਨੇ ਸਿਫਾਰਿਸ਼ ਕੀਤੀ ਸੀਗੀ ਪੰਚਾਇਤੀ ਰਾਜ ਦੀ। ਸੋ ਇਹ ਲਾਗੂ ਕਦੋਂ ਹੋਇਆ? ਇਹ ਲਾਗੂ ਹੋਇਆ ਸੀ 2 ਅਕਤੂਬਰ ਨੂੰ। 2 ਅਕਤੂਬਰ 1959 ਦਾ ਦਿਨ ਸੀਗਾ ਜੀ। ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਵਿੱਚ ਇਹ ਲਾਗੂ ਹੋਇਆ ਸੀ। ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਵੱਲੋਂ ਇਹ ਲਾਗੂ ਕੀਤਾ ਗਿਆ ਸੀਗਾ। ਸੋ ਦੁਬਾਰੇ ਨੋਟ ਕਰਵਾ ਦਈਏ ਜਿਹੜਾ ਪੰਚਾਇਤੀ ਰਾਜ ਸੀ ਸਭ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ। ਰਾਜਸਥਾਨ ਦਾ ਅੱਗੇ ਸ਼ਹਿਰ ਸੀਗਾ, ਜ਼ਿਲ੍ਹਾ ਸੀ ਨਾਗੌਰ। ਉੱਥੇ 2 ਅਕਤੂਬਰ 1959 ਗਾਂਧੀ ਜਯੰਤੀ ਵਾਲੇ ਦਿਨ ਪੰਚਾਇਤੀ ਰਾਜ ਦੀ ਜਿਹੜੀ ਸਥਾਪਨਾ ਹੋਈ ਸੀ। ਬਲਵੰਤ ਰਾਏ ਕਮੇਟੀ ਨੇ ਇਹਦੀ ਸਿਫਾਰਿਸ਼ ਕੀਤੀ ਸੀ। 14 ਨੰਬਰ ਪ੍ਰਸ਼ਨ ਦੋਸਤੋ 1946 ਈਸਵੀ ਦੇ ਕੈਬਨਿਟ ਮਿਸ਼ਨ ਦੇ ਮੈਂਬਰ ਕੌਣ ਸਨ? ਸੋ ਦੋਸਤੋ 1946 ਦੇ ਵਿੱਚ ਜਿਹੜਾ ਕੈਬਨਿਟ ਮਿਸ਼ਨ ਆਇਆ ਸੀ ਭਾਰਤ, ਉਹਦੇ ਮੈਂਬਰਾਂ ਦੇ ਨਾਂ ਪੁੱਛ ਲਏ ਜਾਂਦੇ ਆ। ਪੈਂਥਿਕ ਲਾਰੈਂਸ ਸੀਗਾ ਇੱਕ, A.V. ਅਲੈਗਜ਼ੈਂਡਰ ਸੀਗਾ, ਅਲੈਗਜ਼ੈਂਡਰ ਪੜ੍ਹਨਾ, ਸਟੈਫਰਡ ਕ੍ਰਿਪਸ ਸੀਗਾ, ਇਹ ਇਹਦਾ ਪ੍ਰਧਾਨ ਸੀ। 15 ਨੰਬਰ ਪ੍ਰਸ਼ਨ ਦੋਸਤੋ ਸਵਰਾਜ ਪਾਰਟੀ ਨੇ ਸੰਵਿਧਾਨ ਸਭਾ ਦੀ ਸਥਾਪਨਾ ਦਾ ਵਿਚਾਰ ਕਦੋਂ ਪੇਸ਼ ਕੀਤਾ? ਸੋ 1923 ਦੇ ਵਿੱਚ ਦੇਖੋ ਸਵਰਾਜ ਪਾਰਟੀ ਬਣੀ ਸੀ 1923 ਦੇ ਵਿੱਚ। ਇਹਨੇ ਜਿਹੜਾ ਸੰਵਿਧਾਨ ਸਭਾ ਬਣਾਉਣ ਦਾ ਜਿਹੜਾ ਵਿਚਾਰ ਸੀ ਉਹ ਕਦੋਂ ਪੇਸ਼ ਕੀਤਾ ਸੀ? 1924 ਦੇ ਵਿੱਚ। ਇਹਨਾਂ ਦੀ ਜਿਹੜਾ ਮਤ ਸੀ, ਇਹਨਾਂ ਦਾ ਵਿਚਾਰ ਸੀ ਵੀ ਇੱਕ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ। ਸੋ 1924 'ਚ ਇਹ ਗੱਲ ਇਹਨਾਂ ਨੇ ਕਹਿਤੀ ਸੀ ਸਵਰਾਜ ਪਾਰਟੀ ਵਾਲਿਆਂ ਨੇ। 16 ਨੰਬਰ ਪ੍ਰਸ਼ਨ ਦੋਸਤੋ ਸੰਵਿਧਾਨ ਸਭਾ ਦੇ ਗਠਨ ਲਈ ਮੈਂਬਰਾਂ ਦੀ ਗਿਣਤੀ ਕਿਸ ਆਧਾਰ 'ਤੇ ਨਿਸ਼ਚਿਤ ਕੀਤੀ ਗਈ? ਸੋ ਸੰਵਿਧਾਨ ਸਭਾ ਜਿਹੜੀ ਬਣਾਉਣੀ ਸੀ, ਉਹਦਾ ਗਠਨ ਕਰਨਾ ਸੀ, ਉਹਦੇ ਵਿੱਚ ਕਿੰਨੇ ਮੈਂਬਰ ਹੋਣਗੇ, ਕਿੰਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਕਿਵੇਂ ਆਧਾਰ ਉਹਦਾ ਨਿਸ਼ਚਿਤ ਕੀਤਾ ਗਿਆ? ਜਨਸੰਖਿਆ ਦੇ ਆਧਾਰ 'ਤੇ ਜੀ। ਜਨਸੰਖਿਆ ਦੇ ਆਧਾਰ 'ਤੇ ਸੰਵਿਧਾਨ ਸਭਾ ਦੀ ਜਿਹੜੀ ਗਿਣਤੀ ਨੋਟ ਕੀਤੀ ਗਈ ਸੀ। 17 ਨੰਬਰ ਪ੍ਰਸ਼ਨ ਦੋਸਤੋ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਸੋ ਜਦੋਂ ਸੰਵਿਧਾਨ ਸਭਾ ਬਣ ਗਈ ਜੀ ਉਸ ਤੋਂ ਬਾਅਦ ਉਹਦਾ ਸਥਾਈ ਪ੍ਰਧਾਨ ਕਿਹਨੂੰ ਚੁਣਿਆ ਗਿਆ? ਡਾਕਟਰ ਰਜਿੰਦਰ ਪ੍ਰਸਾਦ ਨੂੰ। 11 ਦਸੰਬਰ 1946 ਨੂੰ ਇਹਨੂੰ ਪ੍ਰਧਾਨ ਬਣਾਇਆ ਗਿਆ ਸੀ। 11 ਦਸੰਬਰ 1946 ਨੂੰ। 18 ਨੰਬਰ ਪ੍ਰਸ਼ਨ ਦੋਸਤੋ ਭਾਰਤੀ ਸੰਵਿਧਾਨ ਵਿੱਚ ਸਮਵਰਤੀ ਸੂਚੀ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ? ਸੋ ਆਪਣੇ ਸੰਵਿਧਾਨ ਦੇ ਵਿੱਚ ਜਿਹੜੀ ਸਮਵਰਤੀ ਸੂਚੀ ਹੈ ਜੀ ਉਹ ਕਿਹੜੇ ਸੰਵਿਧਾਨ ਤੋਂ ਲਈ ਗਈ ਦੋਸਤੋ? ਉਹ ਲਈ ਗਈ ਸੀ ਆਸਟ੍ਰੇਲੀਆ ਦੇ ਸੰਵਿਧਾਨ ਤੋਂ। ਕਿਉਂਕਿ 60 ਦੇਸ਼ਾਂ ਦਾ ਸੰਵਿਧਾਨ ਪੜ੍ਹਿਆ ਸੀ, ਆਪਣੇ ਦੇਸ਼ ਦੇ ਸੰਵਿਧਾਨ ਨੂੰ, ਭਾਰਤ ਦੇ ਦੇਸ਼ ਦੇ ਸੰਵਿਧਾਨ ਨੂੰ ਬਣਾਉਣ ਦੇ ਲਈ 60 ਦੇਸ਼ਾਂ ਦੇ ਸੰਵਿਧਾਨ ਦੇ ਵਿੱਚੋਂ ਮਟੀਰੀਅਲ ਲਿਆ ਗਿਆ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ
19 ਨੰਬਰ ਪ੍ਰਸ਼ਨ ਦੋਸਤੋ, ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ? ਸੋ ਭਾਰਤ ਦਾ ਜਿਹੜਾ ਸੰਵਿਧਾਨ ਹੈ, ਦੇਖੋ ਉਹਦੇ 25 ਭਾਗ ਨੇ ਇਸ ਟਾਈਮ, ਉਹਨਾਂ ਦਾ ਕਿਹੜਾ ਭਾਗ ਹੈ ਜਿਹਦੇ ਵਿੱਚ ਪੰਚਾਇਤੀ ਰਾਜ ਦੀ ਵਿਵਸਥਾ? 9ਵੇਂ ਭਾਗ ਦੇ ਵਿੱਚ ਹੈ ਜੀ, 9ਵੇਂ ਭਾਗ 'ਚ। 20 ਨੰਬਰ ਪ੍ਰਸ਼ਨ ਦੋਸਤੋ, ਸੰਪत्ति ਦਾ ਅਧਿਕਾਰ ਕਿਸ ਪ੍ਰਕਾਰ ਦਾ ਅਧਿਕਾਰ ਹੈ? ਸੋ ਸੰਪत्ति ਦਾ ਅਧਿਕਾਰ ਕਿਸ ਪ੍ਰਕਾਰ ਦਾ ਕਾਨੂੰਨੀ ਅਧਿਕਾਰ ਬਣ ਗਿਆ ਜੀ ਇਹ। ਪਹਿਲਾਂ ਇਹ ਮੌਲਿਕ ਅਧਿਕਾਰ ਹੁੰਦਾ ਸੀ, ਪਹਿਲਾਂ ਮੌਲਿਕ ਅਧਿਕਾਰ ਹੁੰਦਾ ਸੀਗਾ, ਹੁਣ ਇਹ ਕਾਨੂੰਨੀ ਅਧਿਕਾਰ ਬਣ ਗਿਆ। ਆਰਟੀਕਲ 300A ਦੇ ਅਕੋਰਡਿੰਗ ਇਹਨੂੰ ਨੋਟਿਸ ਕੀਤਾ ਗਿਆ। 21 ਨੰਬਰ ਪ੍ਰਸ਼ਨ ਦੋਸਤੋ, ਜਜ਼ੀਆ ਕਰ ਕਿਹੜੇ ਮੁਗਲ ਬਾਦਸ਼ਾਹ ਨੇ ਖਤਮ ਕੀਤਾ? ਸੋ ਜਜ਼ੀਆ ਕਰ ਪਹਿਲਾਂ ਆਪਾਂ ਪੜ੍ਹਦੇ ਹਾਂ ਵੀ ਕਿਹਨੇ ਲਾਇਆ ਸੀ। ਸਭ ਤੋਂ ਪਹਿਲਾਂ ਮੁਹੰਮਦ ਬਿਨ ਕਾਸਮ ਸੀ, ਜਿਹੜਾ ਮੁਹੰਮਦ ਬਿਨ ਕਾਸਿਮ, ਇਹਨੇ ਜਜ਼ੀਆ ਕਰ ਸ਼ੁਰੂ ਕੀਤਾ ਸੀ ਜੀ, ਤੇ ਇਹ ਅੱਗੇ ਆ ਕੇ ਅਕਬਰ ਨੇ ਗਾਹਾਂ ਖ਼ਤਮ ਕਰ ਦਿੱਤਾ ਸੀਗਾ ਇੱਕ ਵਾਰੀ। 22 ਨੰਬਰ ਪ੍ਰਸ਼ਨ ਦੋਸਤੋ, ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਿਸ ਨੇ ਕੀਤੀ? ਆਜ਼ਾਦ ਹਿੰਦ ਫੌਜ ਦੀ ਸਥਾਪਨਾ ਸੀ ਜਿਹੜੀ ਜੀ ਉਹ ਰਾਮ ਬਿਹਾਰੀ ਬੋਸ ਨੇ ਕੀਤੀ ਸੀ। ਰਾਮ ਬਿਹਾਰੀ ਬੋਸ ਨੇ ਸਥਾਪਨਾ ਕੀਤੀ। ਜਿਹੜਾ ਇਹਦਾ ਸਥਾਈ ਜਿਹੜਾ ਅਸਲ ਸੰਸਥਾਪਕ ਮੰਨਿਆ ਜਾਂਦਾ ਹੈ ਉਹ ਸੁਭਾਸ਼ ਚੰਦਰ ਬੋਸ ਨੂੰ ਮੰਨਿਆ ਜਾਂਦਾ, ਸੁਭਾਸ਼ ਚੰਦਰ ਬੋਸ ਨੂੰ ਮੰਨਿਆ ਜਾਂਦਾ ਹੈਗਾ। ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। 23 ਨੰਬਰ ਪ੍ਰਸ਼ਨ, ਆਜ਼ਾਦ ਹਿੰਦ ਫੌਜ ਵਿੱਚ ਇਸਤਰੀਆਂ ਦੀ ਰੈਜੀਮੈਂਟ ਦਾ ਨਾਂ ਕੀ ਸੀ? ਸੋ ਆਜ਼ਾਦ ਹਿੰਦ ਫੌਜ ਦੇ ਵਿੱਚ ਗਾਹਾਂ ਰੈਜੀਮੈਂਟਸ ਬਣਾਈਆਂ ਗਈਆਂ ਸੀ ਜੋ ਇਸਤਰੀਆਂ ਵਾਲੀ ਸੀਗੀ, ਉਹਦਾ ਨਾਂ ਕੀ ਸੀ? ਰਾਣੀ ਲక్ష్ਮੀ ਬਾਈ ਰੈਜੀਮੈਂਟ ਸੀਗਾ ਜੀ ਇਹਦਾ ਨਾਂ। ਸੋ ਇਹ ਨਾ 1943 ਦੇ ਵਿੱਚ ਇਹ ਰੈਜੀਮੈਂਟ ਬਣਾਈ ਸੀ ਜੀ, ਸੁਭਾਸ਼ ਚੰਦਰ ਬੋਸ ਵੱਲੋਂ ਨਾ ਇਹਦੀ ਸਥਾਪਨਾ ਕੀਤੀ ਗਈ ਸੀ। ਜਿਹੜੀ ਆਜ਼ਾਦ ਹਿੰਦ ਫੌਜ ਦੇ ਵਿੱਚ ਇਸਤਰੀਆਂ ਦੀ ਰੈਜੀਮੈਂਟ ਬਣਾਈ ਸੀ ਉਹਦਾ ਨਾਂ ਰਾਣੀ ਲక్ష్ਮੀ ਬਾਈ ਸੀ, ਤੇ ਇਹ 1943 ਦੇ ਵਿੱਚ ਸੁਭਾਸ਼ ਚੰਦਰ ਬੋਸ ਵੱਲੋਂ ਬਣਾਈ ਗਈ ਸੀ। 24 ਨੰਬਰ ਪ੍ਰਸ਼ਨ ਦੋਸਤੋ, ਗੋਲਮੇਜ਼ ਕਾਨਫਰੰਸਾਂ ਕਿੱਥੇ ਹੋਈਆਂ? ਸੋ ਇਹ ਲੰਡਨ ਦੇ ਵਿੱਚ ਹੋਈਆਂ ਸੀ। ਲੰਡਨ ਦੇ ਵਿੱਚ ਜੀ 3 ਹੋਈਆਂ ਸੀ ਦੋਸਤੋ। 1930 ਦੇ ਵਿੱਚ ਹੋਈ ਇੱਕ, 31 ਤੇ 32 ਦੇ ਵਿੱਚ, ਇਹ 3 ਹੋਈਆਂ ਸੀ। ਇਹਦੇ ਵਿੱਚ ਨਾ ਜਿਹੜਾ ਗਾਂਧੀ ਸੀਗਾ, ਮੇਨ ਪੁੱਛਿਆ ਲੈ ਜਾਂਦਾ ਵੀ ਮਹਾਤਮਾ ਗਾਂਧੀ ਕਿਹੜੀ ਗੋਲਮੇਜ਼ ਕਾਨਫਰੰਸ ਵਿੱਚ ਸ਼ਾਮਲ ਹੋਏ? ਉਹ ਦੂਸਰੀ ਦੇ ਵਿੱਚ ਸ਼ਾਮਲ ਹੋਏ ਸੀਗੇ ਜੀ। ਕਈ ਵਾਰ ਪੁੱਛ ਲਿਆ ਜਾਂਦਾ ਵੀ ਤਿੰਨੇ ਗੋਲਮੇਜ਼ ਕਾਨਫਰੰਸਾਂ ਦੇ ਵਿੱਚ ਕਿਹਨੇ ਭਾਗ ਲਿਆ? ਸੋ ਡਾਕਟਰ ਅੰਬੇਦਕਰ ਸੀ, ਜਿਹੜੇ ਬਾਬਾ ਸਾਹਿਬ ਅੰਬੇਦਕਰ, ਉਹਨਾਂ ਨੇ ਤਿੰਨੇ ਗੋਲਮੇਜ਼ ਕਾਨਫਰੰਸਾਂ 'ਚ ਭਾਗ ਲਿਆ ਸੀ। 24 ਨੰਬਰ ਪ੍ਰਸ਼ਨ ਦੋਸਤੋ। 25 ਨੰਬਰ, ਗਦਰ ਪਾਰਟੀ ਦਾ ਮੁੱਖ ਦਫ਼ਤਰ ਕਿੱਥੇ ਹੈ? ਸੋ ਸਾਨ ਫਰਾਂਸਿਸਕੋ ਦੇ ਵਿੱਚ ਗਦਰ ਪਾਰਟੀ ਦਾ ਮੁੱਖ ਦਫ਼ਤਰ ਸੀਗਾ ਜੀ। 1913 ਦੇ ਵਿੱਚ ਗਦਰ ਪਾਰਟੀ ਦੀ ਸਥਾਪਨਾ ਹੋਈ ਸੀ। ਲਾਲਾ ਹਰਦਿਆਲ ਨੇ ਇਹਨਾਂ ਦੀ ਸਥਾਪਨਾ ਕੀਤੀ ਸੀ, ਇਸ ਪਾਰਟੀ ਦੀ, ਲਾਲਾ ਹਰਦਿਆਲ। ਸੋਹਣ ਸਿੰਘ ਭਕਨਾ ਜਿਹੜੇ ਇਹਦੇ ਪਹਿਲੇ ਪ੍ਰਧਾਨ ਸੀਗੇ ਜੀ। ਲਾਲਾ ਹਰਦਿਆਲ ਇਹਦੇ ਸੈਕਟਰੀ ਸੀਗੇ, ਜਨਰਲ ਸਕੱਤਰ ਬਣੇ ਸੀਗੇ। ਸੋ ਗਦਰ ਪਾਰਟੀ ਦਾ ਮੁੱਖ ਦਫ਼ਤਰ ਹੈਗਾ ਸਾਨ ਫਰਾਂਸਿਸਕੋ ਦੇ ਵਿੱਚ। 1913 ਦੇ ਵਿੱਚ ਸਥਾਪਨਾ ਹੋਈ, ਲਾਲਾ ਹਰਦਿਆਲ ਨੇ ਇਹਨਾਂ ਦੀ ਸਥਾਪਨਾ ਕੀਤੀ। ਪਹਿਲਾ ਪ੍ਰਧਾਨ ਸੀਗਾ ਬਾਬਾ ਸੋਹਣ ਸਿੰਘ ਭਕਨਾ ਜੀ। 26 ਨੰਬਰ ਪ੍ਰਸ਼ਨ ਦੋਸਤੋ, ਪੂਨਾ ਸਮਝੌਤਾ ਕਦੋਂ ਹੋਇਆ? ਸੋ ਪੂਨਾ ਸਮਝੌਤਾ ਗਾਂਧੀ, ਮਹਾਤਮਾ ਗਾਂਧੀ ਅਤੇ ਡਾਕਟਰ ਅੰਬੇਦਕਰ ਸਾਹਿਬ ਦੇ ਵਿਚਕਾਰ ਹੋਇਆ ਸੀ। ਇਹ ਹੋਇਆ ਸੀ ਜੀ 1932 ਦੇ ਵਿੱਚ। ਸੋ ਇਸੇ ਦੇ ਤਹਿਤ ਆਪਾਂ ਨਾ ਨੋਟ ਕਰ ਸਕਦੇ ਹਾਂ ਵੀ ਬਾਬਾ ਸਾਹਿਬ ਅੰਬੇਦਕਰ ਨੇ ਜਿਹੜੇ ਪਛੜੇ ਵਰਗਾਂ ਵਾਸਤੇ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਸੀ। 27 ਨੰਬਰ ਪ੍ਰਸ਼ਨ ਦੋਸਤੋ, ਕੇਸਰੇ ਹਿੰਦ ਦੀ ਉਪਾਧੀ ਕਿਸ ਨੇ ਵਾਪਸ ਕੀਤੀ? ਸੋ ਕੇਸਰੇ ਹਿੰਦ ਦੀ ਉਪਾਧੀ ਸੀ ਜਿਹੜੀ ਇਹ ਮਹਾਤਮਾ ਗਾਂਧੀ ਨੇ ਵਾਪਸ ਕੀਤੀ ਸੀ ਜੀ ਬ੍ਰਿਟਿਸ਼ ਸਰਕਾਰ ਨੂੰ। 28 ਨੰਬਰ ਪ੍ਰਸ਼ਨ ਦੋਸਤੋ, ਗੇਟਵੇ ਆਫ ਇੰਡੀਆ ਦੀ ਸਥਾਪਨਾ ਕਿਸ ਨੇ ਕੀਤੀ? ਸੋ ਗੇਟਵੇ ਆਫ ਇੰਡੀਆ ਬੰਬਈ ਦੇ ਵਿੱਚ ਬਣਿਆ ਹੋਇਆ, ਯਾਦ ਰੱਖਣਾ, ਬੰਬਈ ਦੇ ਵਿੱਚ ਗੇਟਵੇ ਆਫ ਇੰਡੀਆ ਬਣਿਆ ਹੋਇਆ। ਜਾਰਜ ਪੰਜਵੇਂ ਨੇ ਇਹਦੀ ਸਥਾਪਨਾ ਕੀਤੀ ਸੀ ਜੀ, ਜਾਰਜ ਪੰਜਵੇਂ ਨੇ। ਸੋ ਦੋਸਤੋ ਗੱਲ ਇਹ ਆ ਵੀ ਇੰਡੀਆ ਗੇਟ ਆ ਜਿਹੜਾ ਉਹ ਦਿੱਲੀ ਦੇ ਵਿੱਚ ਬਣਿਆ ਹੋਇਆ। 2 ਗੇਟ ਜ਼ਿਆਦਾ ਮਸ਼ਹੂਰ ਨੇਗੇ। ਇੰਡੀਆ ਗੇਟ ਪੁੱਛਿਆ ਜਾਵੇ ਦਿੱਲੀ ਦੇ ਵਿੱਚ, ਗੇਟਵੇ ਆਫ ਬੰਬਈ ਜਾਰਜ ਪੰਜਵੇਂ ਨੇ ਸਥਾਪਨਾ ਕੀਤੀ ਸੀ। ਗੇਟਵੇ ਆਫ ਬੰਬਈ ਇਹ ਬੰਬਈ ਦੇ ਵਿੱਚ ਬਣਿਆ ਹੋਇਆ। ਗੇਟਵੇ ਆਫ ਇੰਡੀਆ, ਗੇਟਵੇ ਆਫ ਇੰਡੀਆ ਜਿਹੜਾ ਬੰਬਈ ਦੇ ਵਿੱਚ ਹੈ। 29 ਨੰਬਰ ਪ੍ਰਸ਼ਨ ਦੋਸਤੋ, ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਦਿੱਲੀ ਹੈ ਜਿਹੜੀ ਉਹ ਭਾਰਤ ਦੀ ਰਾਜਧਾਨੀ ਕਦੋਂ ਬਣੀ? 1911 ਦੇ ਵਿੱਚ ਬਣੀ।
ਜਦੋਂ ਜਾਰਜ ਪੰਜਵਾਂ ਆਇਆ ਸੀਗਾ, ਜਾਰਜ ਪੰਜਵਾਂ ਇੱਥੇ ਇੰਡੀਆ ਦੇ ਵਿੱਚ ਆਇਆ 1911 ਦੇ ਵਿੱਚ, ਉਹਨਾਂ ਨੇ ਭਾਰਤ ਦੀ ਜਿਹੜੀ ਰਾਜਧਾਨੀ ਹੈਗੀ ਉਹ ਦਿੱਲੀ ਬਣਾ ਦਿੱਤੀ ਸੀ। ਪਹਿਲਾਂ ਕਲਕੱਤਾ ਹੁੰਦੀ ਸੀ, ਇਹ ਯਾਦ ਰੱਖਣਾ, ਪਹਿਲਾਂ ਰਾਜਧਾਨੀ ਕਲਕੱਤਾ ਹੁੰਦੀ ਸੀ ਜੀ। 30 ਨੰਬਰ ਪ੍ਰਸ਼ਨ ਦੋਸਤੋ, ਕਿਹੜਾ ਸ਼ਹਿਰ ਸਿਰਫ ਇੱਕ ਦਿਨ ਲਈ ਭਾਰਤ ਦੀ ਰਾਜਧਾਨੀ ਬਣਿਆ? ਇਹ ਇਲਾਹਾਬਾਦ ਸ਼ਹਿਰ ਆ ਜੀ, ਜਿਹੜਾ ਭਾਰਤ ਦੀ ਇੱਕ ਦਿਨ ਲਈ ਰਾਜਧਾਨੀ ਬਣਿਆ ਸੀ ਇਹ। 31 ਨੰਬਰ ਪ੍ਰਸ਼ਨ ਦੋਸਤੋ, ਬੰਗ ਭੰਗ ਅੰਦੋਲਨ ਕਿਸ ਨੇ ਚਲਾਇਆ? ਸੁਰਿੰਦਰ ਨਾਥ ਬੈਨਰਜੀ ਨੇ ਚਲਾਇਆ ਸੀ। ਬੰਗ ਭੰਗ ਅੰਦੋਲਨ ਬਾਰੇ ਪੁੱਛ ਲਿਆ ਜਾਂਦਾ ਹੈ, ਸੁਰਿੰਦਰ ਨਾਥ ਬੈਨਰਜੀ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਸੀ। 32 ਨੰਬਰ, ਚੌਰੀ ਚੌਰਾ ਘਟਨਾ ਕਿੱਥੇ ਹੋਈ? ਸੋ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ ਜਦੋਂ ਜੀ 1920 ਦੇ ਵਿੱਚ। ਸੋ ਉਹਦੇ ਤਹਿਤ 1922 ਦੇ ਵਿੱਚ ਇੱਕ ਘਟਨਾ ਵਾਪਰ ਗਈ ਸੀ, ਨਾ ਮਿਲਵਰਤਨ ਅੰਦੋਲਨ ਦੇ ਚੱਲਦੇ ਤਹਿਤ 1922 ਦੇ ਵਿੱਚ ਇਹ ਵਾਪਰੀ ਸੀ ਘਟਨਾ, ਚੌਰਾ ਚੌਰੀ ਦੀ ਘਟਨਾ। ਗੋਰਖਪੁਰ ਜ਼ਿਲ੍ਹਾ ਸੀ ਜੀ, ਉੱਥੇ ਮਤਲਬ ਜਿਹੜੀ ਭੀੜ ਜਾ ਰਹੀ ਸੀ ਨਾ ਅੰਦੋਲਨ ਦੇ ਵਿੱਚ ਸ਼ਾਮਲ, ਉਹਨਾਂ ਨੇ ਪੁਲਿਸ ਵਾਲਿਆਂ ਨੂੰ ਅੱਗ ਦੇ ਵਿੱਚ ਮਚਾ ਦਿੱਤਾ ਸੀ, ਇਸ ਤਰ੍ਹਾਂ ਦੀ ਕੋਈ ਘਟਨਾ ਸੀਗੀ। ਸੋ ਚੌਰਾ ਚੌਰੀ ਦੀ ਘਟਨਾ ਮਸ਼ਹੂਰ ਹੈ, ਗੋਰਖਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈਗੀ, 1922 ਦੇ ਵਿੱਚ ਹੋਈ ਸੀ। ਇਸੇ ਘਟਨਾ ਦੇ ਕਰਕੇ ਨਾ ਮਹਾਤਮਾ ਗਾਂਧੀ ਨੇ ਜਿਹੜਾ ਨਾ ਮਿਲਵਰਤਨ ਅੰਦੋਲਨ ਸੀ ਉਹ ਵਾਪਸ ਲੈ ਲਿਆ ਸੀਗਾ। ਇਹ ਫਿਰ ਉਹ ਜਦੋਂ ਅੰਦੋਲਨ ਵਾਪਸ ਲੈ ਲਿਆ ਤਾਂ ਜਿਹੜੇ ਇਹ ਸੀਗੇ ਮੋਤੀ ਲਾਲ ਨਹਿਰੂ ਹੋਰੀ ਸੀਗੇ, ਇਹਨਾਂ ਨੇ ਸਵਰਾਜ ਪਾਰਟੀ ਬਣਾ ਲਈ ਸੀ ਅੱਗੇ। 33 ਨੰਬਰ ਪ੍ਰਸ਼ਨ ਦੋਸਤੋ, ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਕਿੱਥੇ ਹੋਈ? ਸੋ ਇਹ ਕਾਨਪੁਰ ਦੇ ਵਿੱਚ ਹੋਈ ਸੀ ਜੀ। ਚੰਦਰ ਸ਼ੇਖਰ ਆਜ਼ਾਦ ਨੇ ਇਹਦੀ ਜਿਹੜੀ ਸਥਾਪਨਾ ਕੀਤੀ ਸੀ। ਫਿਰ ਅੱਗੇ ਜਾ ਕੇ ਭਗਤ ਸਿੰਘ ਹੋਰੀ ਵੀ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ। ਕਿਹੜੇ ਦੇਸ਼ ਨੇ ਬਾਕੀ ਸਾਧਨਾਂ ਦੀ ਘਾਟ ਹੁੰਦਿਆਂ ਹੋਇਆਂ ਵੀ ਮਨੁੱਖੀ ਸਾਧਨ ਕਰਕੇ ਬਹੁਤ ਤਰੱਕੀ ਕੀਤੀ? ਸੋ ਅਜਿਹਾ ਕਿਹੜਾ ਦੇਸ਼ ਹੈ ਜੀ ਜਿੱਥੇ ਬਹੁਤ ਸਾਧਨ ਘੱਟ ਨੇ ਪਰ ਮਨੁੱਖੀ ਸਾਧਨ ਮਨੁੱਖ ਨੇ ਆਪਦੀ ਕਲਾਕ੍ਰਿਤੀ ਦਿਖਾਈ ਅਤੇ ਮਤਲਬ ਤਰੱਕੀ ਪ੍ਰਾਪਤ ਕੀਤੀ? ਉਹ ਜਾਪਾਨ ਹੈ ਜੀ। ਜਾਪਾਨ ਦੇ ਲੋਕ ਨੇ ਜਿਹੜੇ ਨਵੀਆਂ ਕਾਢਾਂ ਕੱਢਦੇ ਨੇ, ਪਾਰਟਸ ਇਹੋ ਜਿਹੇ ਬਣਾਉਂਦੇ ਨੇ ਵੀ ਸਾਰੀ ਇੰਡੀਆ ਸਾਰੇ ਵਰਲਡ ਦੇ ਵਿੱਚ ਮਸ਼ਹੂਰ ਨੇ। 35 ਨੰਬਰ ਪ੍ਰਸ਼ਨ ਦੋਸਤੋ, ਪੈਟਰੋਲੀਅਮ, ਕੋਲਾ, ਅਬਰਕ, ਮੈਗਜ਼ੀਨ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਨੇ? ਸੋ ਅਧਾਤੂ ਇਹ ਖਣਿਜ ਪਦਾਰਥ ਨੇ ਜੀ। ਇੱਕ ਧਾਤੂ ਹੁੰਦੇ ਨੇ ਜਿਵੇਂ ਲੋਹਾ, ਚਾਂਦੀ, ਤਾਂਬਾ, ਸੋਨਾ, ਇਹ ਧਾਤੂ ਖਣਿਜ ਪਦਾਰਥ ਹੁੰਦੇ ਨੇਗੇ। ਪੈਟਰੋਲ, ਕੋਲਾ, ਅਬਰਕ, ਮੈਗਜ਼ੀਨ ਇਹ ਅਧਾਤੂ ਖਣਿਜ ਪਦਾਰਥ ਨੇ। 36 ਨੰਬਰ ਪ੍ਰਸ਼ਨ ਦੋਸਤੋ, ਮਨੁੱਖ ਆਪਣੀਆਂ ਆਰਥਿਕ ਜਾਂ ਹੋਰ ਗਤੀਵਿਧੀਆਂ ਕਿਸ ਸਾਧਨ ਦੇ ਉੱਪਰ ਕਰਦਾ ਹੈ? ਸੋ ਜਿਹੜਾ ਮਨੁੱਖ ਹੈ ਉਹ ਆਪਣੀਆਂ ਆਰਥਿਕ ਜਾਂ ਕੋਈ ਵੀ ਗਤੀਵਿਧੀਆਂ ਨੇ ਉਹ ਕਿੱਥੇ ਕਰਦਾ ਜੀ? ਭੂਮੀ ਦੇ ਉੱਤੇ ਕਰਦਾ। ਉਹ ਬੇਸਿਕ ਜਿਹਾ ਪ੍ਰਸ਼ਨ ਹੈ, ਕਈ ਵਾਰ ਪੁੱਛ ਲਿਆ ਜਾਂਦਾ। 37 ਨੰਬਰ ਪ੍ਰਸ਼ਨ ਦੋਸਤੋ, ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਰਕਬਾ ਬਿਜਾਈ ਹੇਠ ਹੈ? ਸੋ ਭਾਰਤ ਦਾ ਜਿਹੜਾ ਕੁੱਲ ਖੇਤਰਫਲ ਹੈ ਜੀ ਉਹਦਾ ਜਿਹੜਾ ਕਿੰਨੇ ਪ੍ਰਤੀਸ਼ਤ ਰਕਬਾ ਬਿਜਾਈ ਦੇ ਹੇਠ ਹੈ, ਜਿੱਥੇ ਫਸਲਾਂ ਬੀਜੀਆਂ ਜਾਂਦੀਆਂ ਨੇਗੀਆਂ? 46% ਏਰੀਆ ਜੀ ਇਹ। ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ, 38 ਨੰਬਰ ਪ੍ਰਸ਼ਨ, ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ ਜੀ? ਸੋ ਮੈਦਾਨੀ ਖੇਤਰ ਕਿੰਨਾ ਹੈ? 43% ਹੈ। ਬਾਕੀ ਪਠਾਰ ਜਿਵੇਂ ਪਹਾੜ ਉਹ ਏਰੀਆ ਆ ਜਾਂਦਾ, ਜਿਹੜਾ ਮੈਦਾਨੀ ਭਾਗ ਹੈਗਾ ਉਹ 43% ਹੈ। 39 ਨੰਬਰ ਪ੍ਰਸ਼ਨ ਦੋਸਤੋ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਗੰਗਾ ਬ੍ਰਹਮਪੁੱਤਰ ਦੇ ਡੈਲਟੇ ਵਿੱਚ ਕਿਹੜਾ ਰੁੱਖ ਜ਼ਿਆਦਾ ਪਾਇਆ ਜਾਂਦਾ ਹੈ? ਸੋ ਸੁੰਦਰੀ ਰੁੱਖ ਹੈ ਜਿਹੜਾ, ਸੁੰਦਰੀ ਬਣ, ਉਹ ਉੱਥੇ ਜ਼ਿਆਦਾ ਪਾਏ ਜਾਂਦੇ ਨੇ। ਗੰਗਾ ਬ੍ਰਹਮਪੁੱਤਰ ਦਾ ਡੈਲਟਾ ਜਿਹੜਾ ਇਹ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ ਜੀ, ਵੱਡਾ ਡੈਲਟਾ ਮੰਨਿਆ ਜਾਂਦਾ ਹੈ ਗੰਗਾ ਬ੍ਰਹਮਪੁੱਤਰ ਡੈਲਟਾ। 40 ਨੰਬਰ ਪ੍ਰਸ਼ਨ ਦੋਸਤੋ, ਕਾਲੀ ਮਿੱਟੀ ਕਿਹੜੀ ਫਸਲ ਲਈ ਬਹੁਤ ਢੁਕਵੀਂ ਹੈ? ਸੋ ਇਹ ਕਪਾਹ ਦੀ ਮਿੱਟੀ ਲਈ, ਕਪਾਹ ਦੀ ਫਸਲ ਲਈ ਇਹ ਮਿੱਟੀ ਢੁਕਵੀਂ ਹੈ। ਇਹ ਭਾਰਤ ਦੇ ਵਿੱਚ 16.6% ਪਾਈ ਜਾਂਦੀ ਹੈ ਜੀ, ਟੋਟਲ ਮਿੱਟੀ ਦਾ 16.6% ਹੈ ਜਿਹੜੀ ਉਹ ਕਾਲੀ ਮਿੱਟੀ ਪਾਈ ਜਾਂਦੀ ਹੈ ਭਾਰਤ ਦੇ ਵਿੱਚ। ਇਹਨੂੰ ਨਾ ਰੈਗੂਨ ਮਿੱਟੀ ਵੀ ਕਿਹਾ ਜਾਂਦਾ, ਇਹ ਨੋਟ ਰੱਖਣਾ ਤੁਸੀਂ ਕਾਲੀ ਮਿੱਟੀ ਨੂੰ। 41 ਨੰਬਰ ਪ੍ਰਸ਼ਨ ਦੋਸਤੋ ਜੀ, ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। 1952 ਦੇ ਵਿੱਚ ਯਾਦ ਰੱਖਣਾ, ਜੰਗਲੀ ਜੀਵਾਂ ਦੀ ਲਈ ਭਾਰਤੀ ਬੋਰਡ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ, ਜੰਗਲੀ ਜੀਵਾਂ ਦੀ ਰੱਖਿਆ ਲਈ, ਉਹਨਾਂ ਦੇ ਮੁੜ ਵਸੇਬੇ ਲਈ, ਉਹਨਾਂ ਦੀਆਂ ਸਹੂਲਤਾਂ ਲਈ। 42 ਨੰਬਰ ਪ੍ਰਸ਼ਨ ਦੋਸਤੋ, ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਭਾਗ ਜੰਗਲਾਂ ਹੇਠ ਹੈ? ਸੋ 43 ਪਹਿਲਾਂ ਆਪਾਂ ਪੜ੍ਹਿਆ ਸੀਗਾ ਕੁਛ, ਇੱਕ ਵਾਰੀ ਆਪਾਂ ਧਿਆਨ 'ਚ ਮਾਰ ਲੈਂਦੇ ਹਾਂ। 43% ਸੀਗਾ ਮੈਦਾਨੀ ਭਾਗ, ਜੰਗਲਾਂ ਹੇਠ ਸੀ ਜਿਹੜਾ ਇਹ ਆ ਗਿਆ ਜੀ 22.3%। ਸੋ ਪੂਰੇ ਖੇਤਰ ਦਾ 22.3% ਹੈ ਜਿਹੜਾ ਉਹ ਜੰਗਲਾਂ ਦੇ ਅਧੀਨ ਹੈ ਜੀ, ਜੰਗਲਾਂ ਦੇ ਹੇਠ ਹੈਗਾ।
ਭਾਰਤ ਦੇ ਕੁੱਲ ਖੇਤਰਫਲ ਦਾ ਹਿੱਸਾ 22.3%। 43 ਨੰਬਰ ਪ੍ਰਸ਼ਨ ਦੋਸਤੋ, ਕਿਹੜੀ ਕੱਚੀ ਧਾਤ ਤੋਂ ਐਲੂਮੀਨੀਅਮ ਬਣਾਇਆ ਜਾਂਦਾ ਹੈ? ਕਿਹੜੀ ਕੱਚੀ ਧਾਤ ਹੁੰਦੀ ਹੈ ਜਿਹ ਤੋਂ ਐਲੂਮੀਨੀਅਮ ਬਣਦਾ ਜੀ? ਬਾਕਸਾਈਟ ਤੋਂ ਬਣਦਾ ਹੈ ਐਲੂਮੀਨੀਅਮ। 44 ਨੰਬਰ ਪ੍ਰਸ਼ਨ ਦੋਸਤੋ, ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਸੋ ਦੱਖਣੀ ਅਫਰੀਕਾ ਦੇ ਵਿੱਚ ਸੋਨਾ ਪੈਦਾ ਹੁੰਦਾ ਜੀ। ਹੀਰੇ ਵੀ ਦੱਖਣੀ ਅਫਰੀਕਾ ਦੇ ਵਿੱਚ ਸਭ ਤੋਂ ਵੱਧ ਮਿਲਦੇ ਨੇ। 2 ਸ਼ਹਿਰ ਮੰਨੇ ਜਾਂਦੇ ਆ, ਜੌਨਸਨਬਰਗ ਤੇ ਇੱਕ ਕਿੰਬਰਲੇ। ਇਹਨਾਂ ਦੇ ਵਿੱਚੋਂ ਸੋਨਾ ਤੇ ਹੀਰਾ ਜਿਹੜਾ ਉਹ ਵੱਧ ਮਾਤਰਾ 'ਚ ਮਿਲਦਾ ਜੀ। ਦੱਖਣੀ ਅਫਰੀਕਾ ਦੇ ਸ਼ਹਿਰ ਨੇ ਇਹ। 45 ਨੰਬਰ ਪ੍ਰਸ਼ਨ ਦੋਸਤੋ, ਕੋਲੇ ਦੀਆਂ 4 ਕਿਸਮਾਂ ਵਿੱਚੋਂ ਕਿਹੜੀ ਕਿਸਮ ਸਭ ਤੋਂ ਵਧੀਆ ਅਤੇ ਕਿਹੜੀ ਸਭ ਤੋਂ ਮਾੜੀ ਮੰਨੀ ਜਾਂਦੀ ਹੈ? ਸੋ 4 ਕਿਸਮਾਂ ਹੁੰਦੀਆਂ ਕੋਲੇ ਦੀਆਂ ਦੋਸਤੋ। ਸਭ ਤੋਂ ਵਧੀਆ ਐਥਰੇਸਾਈਟ ਮੰਨੀ ਜਾਂਦੀ ਹੈ। ਘਟੀਆ ਜਿਹੜੀ ਮਾੜੀ ਮੰਨੀ ਜਾਂਦੀ ਹੈ ਉਹ ਪੀਟ ਮੰਨੀ ਜਾਂਦੀ ਹੈ, ਯਾਦ ਰੱਖਿਓ। 46 ਨੰਬਰ ਪ੍ਰਸ਼ਨ ਦੋਸਤੋ, ਤਰਲ ਸੋਨਾ ਕਿਹੜੇ ਖਣਿਜ ਨੂੰ ਕਿਹਾ ਜਾਂਦਾ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਪੈਟਰੋਲੀਅਮ ਜਾਂ ਖਣਿਜ ਨੂੰ ਤਰਲ ਸੋਨਾ ਕਿਹਾ ਜਾਂਦਾ ਹੈ। ਪਹਿਲਾਂ ਵੀ ਇੱਕ ਵਾਰ ਆਪਾਂ ਪ੍ਰਸ਼ਨ ਕਰਵਾ ਸਕੇ ਹਾਂ, ਉਸ ਪ੍ਰਸ਼ਨ ਦੇ ਵਿੱਚ ਆਪਾਂ ਤੋਂ ਮਿੱਟੀ ਦਾ ਤੇਲ ਨੋਟ ਕਰਵਾ ਦਿੱਤਾ ਗਿਆ ਸੀਗਾ, ਸੋ ਕਰੈਕਸ਼ਨ ਕਰ ਲੈਣਾ। ਤਰਲ ਸੋਨਾ ਜਿਹੜਾ ਉਹ ਪੈਟਰੋਲੀਅਮ ਜਾਂ ਖਣਿਜ ਤੇਲ ਨੂੰ ਕਿਹਾ ਜਾਂਦਾ ਹੈ। 47 ਨੰਬਰ ਪ੍ਰਸ਼ਨ ਦੋਸਤੋ, ਚਾਹ, ਕਾਫੀ, ਕੋਕੋ ਕਿਸ ਕਿਸਮ ਦੀਆਂ ਫਸਲਾਂ ਨੇ? ਸੋ ਜਿਹੜੀਆਂ ਚਾਹ, ਕਾਫੀ ਤੇ ਕੋਕੋ ਇਹ ਪੇ ਕਿਸਮਾਂ ਨੇ, ਪੇ ਫਸਲਾਂ। 48 ਨੰਬਰ ਪ੍ਰਸ਼ਨ ਦੋਸਤੋ, ਮੱਕੀ ਦੇ ਪੌਦੇ ਦੀ ਉਤਪਤੀ ਕਿਹੜੇ ਦੇਸ਼ ਤੋਂ ਹੋਈ ਮੰਨੀ ਜਾਂਦੀ? ਜਿਹੜਾ ਮੱਕੀ ਦਾ ਪੌਦਾ ਜੀ ਉਹਦੀ ਉਤਪਤੀ ਜਿਹੜੀ ਆ ਸੰਯੁਕਤ ਰਾਜ ਅਮਰੀਕਾ ਤੋਂ ਮੰਨੀ ਜਾਂਦੀ ਹੈ। ਅਮਰੀਕਾ ਦੇਸ਼ ਤੋਂ ਉਹਦੀ ਉਤਪਤੀ ਹੋਈ ਮੰਨੀ ਜਾਂਦੀ ਹੈ। 49 ਨੰਬਰ ਪ੍ਰਸ਼ਨ ਦੋਸਤੋ, ਕੌਫੀ ਦੀ ਉਤਪਤੀ ਜਾਂ ਜਨਮ ਕਿਹੜੇ ਮਹਾਂਦੀਪ ਤੋਂ ਮੰਨਿਆ ਜਾਂਦਾ ਹੈ? ਸੋ ਇਹ ਅਫਰੀਕਾ ਤੋਂ ਇਹਦਾ ਜਨਮ ਮੰਨਿਆ ਜਾਂਦਾ। ਅਫਰੀਕਾ ਦੇ ਵਿੱਚ ਕੌਫੀ ਦਾ ਜਨਮ ਹੋਇਆ। ਕੌਫੀ ਦੇ ਵਿੱਚ ਨਾ ਇੱਕ ਕੋਕੀਨ ਨਾਂ ਦਾ ਨਾ ਤੱਤ ਹੁੰਦਾ ਹੈ, ਥੋੜ੍ਹਾ ਜਿਹੜਾ ਨਸ਼ੀਲਾ ਹੁੰਦਾ ਹੈ। ਕੋਈ ਕੋਕੀਨ ਨਾਂ ਦਾ ਨਸ਼ੀਲਾ ਤੱਤ ਮਿਲਦਾ ਇਹਦੇ ਵਿੱਚ, ਕੌਫੀ ਦੇ ਵਿੱਚ। ਇਹਦੀਆਂ 3 ਕਿਸਮਾਂ ਹੁੰਦੀਆਂ ਕੌਫੀ ਦੀਆਂ। 50 ਨੰਬਰ ਪ੍ਰਸ਼ਨ ਦੋਸਤੋ, ਰਾਜਸਥਾਨ ਦੀ ਰਾਜਧਾਨੀ ਕਿਹੜੀ ਹੈ? ਇਹ ਪ੍ਰਸ਼ਨ ਤੁਹਾਡੇ ਲਈ ਹੈ। ਰਾਜਸਥਾਨ ਦੀ ਰਾਜਧਾਨੀ ਕਿਹੜੀ ਹੈ? ਤੁਹਾਨੂੰ ਆਉਂਦਾ ਹੋਣਾ ਬਿਲਕੁਲ ਪ੍ਰਸ਼ਨ, ਕਿਉਂਕਿ ਹਰ ਪੇਪਰ ਦੇ ਜਿਹੜੇ ਸਿਲੇਬਸ ਦੇ ਅਕੋਰਡਿੰਗ ਜੀਕੇ ਦੇ ਪ੍ਰਸ਼ਨ ਪੁੱਛੇ ਜਾਂਦੇ। ਇੱਕ ਦੀ ਰਾਜਧਾਨੀ ਵੀ ਬਕਾਇਦਾ ਪੁੱਛ ਲਈ ਜਾਂਦੀ ਹੈ। ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਦਾ ਤੁਸੀਂ ਹੁਣ ਆਨਸਰ ਦੇ ਦੇਣਾ। ਸੋ ਦੋਸਤੋ, ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਬੈਲ ਆਈਕਨ ਦਬਾਉਣ ਦਾ ਫਾਇਦਾ ਇਹੀ ਹੈ ਵੀ ਜਦੋਂ ਵੀ ਆਪਾਂ ਕੋਈ ਵੀ ਵੀਡੀਓ ਆਪਣੇ ਚੈਨਲ 'ਤੇ ਪਾਉਣੇ ਆ ਤਾਂ ਨੋਟੀਫਿਕੇਸ਼ਨ ਉਹਦਾ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਜਾਂਦਾ ਹੈ। ਜੇਕਰ ਕਿਸੇ ਕੈਂਡੀਡੇਟ ਨੇ ਆਂਗਨਵਾੜੀ ਸੁਪਰਵਾਈਜ਼ਰ, ਐਨਟੀਟੀ 8393 ਪੋਸਟਾਂ ਜਾਂ ਪੰਜਾਬ ਪੁਲਿਸ ਇਹਨਾਂ ਸੰਬੰਧੀ ਕੋਈ ਤਿਆਰੀ ਕਰਨੀ ਹੋਵੇ, ਉਹ ਤਿਆਰੀ ਕਰਨ ਦੇ ਲਈ ਆਪਣੇ ਚੈਨਲ ਨਾਲ ਜੁੜ ਸਕਦਾ ਹੈ ਜਾਂ ਆਪਣਾ ਸਿੱਧਾ WhatsApp ਗਰੁੱਪ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਜੁੜ ਸਕਦਾ ਹੈ। WhatsApp ਗਰੁੱਪ ਵਿੱਚ ਜੁੜਨ ਦੇ ਲਈ ਤੁਹਾਨੂੰ ਇੱਕ ਮੈਸੇਜ ਕਰਨਾ ਹੋਊਗਾ 88 474 77007 ਇਹ ਨੰਬਰਾਂ 'ਤੇ ਮੈਸੇਜ ਕਰਨਾ ਹੋਊਗਾ। ਨਾਮ ਲਿਖਣਾ ਹੋਊਗਾ, ਸ਼ਹਿਰ ਦਾ ਨਾਮ ਲਿਖਣਾ ਹੋਊਗਾ, ਪੋਸਟ ਦਾ ਨਾਮ ਲਿਖਣਾ ਨਹੀਂ ਭੁੱਲਣਾ। ਸੋ ਦੋਸਤੋ, ਇੱਕ ਗਰੁੱਪ ਦੇ ਵਿੱਚ ਹੀ ਜੁਆਇਨ ਕੀਤਾ ਜਾਵੇ, ਅਲੱਗ-ਅਲੱਗ ਗਰੁੱਪਾਂ 'ਚ ਜੁਆਇਨ ਨਾ ਕਰਿਆ ਜਾਵੇ। ਲਗਭਗ ਜੀਕੇ ਦਾ ਸਿਲੇਬਸ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਹੈਗਾ ਅਤੇ ਐਨਟੀਟੀ ਤੇ ਆਂਗਨਵਾੜੀ ਸੁਪਰਵਾਈਜ਼ਰ ਦੀ ਪੋਸਟ ਲਈ ਜਿਹੜਾ ਚਾਈਲਡ ਡਿਵੈਲਪਮੈਂਟ ਦਾ ਉਹ ਪੋਰਸ਼ਨ ਸਾਂਝਾ ਹੀ ਹੈ। ਸੋ ਇਸੇ ਤਰ੍ਹਾਂ ਦੋਸਤੋ ਜੁੜੇ ਰਹੋ ਚੈਨਲ ਦੇ ਨਾਲ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।